ਗੱਲ ਬਾਰੇ ਵੀ ਮੈਂ ਗਲਤ ਕਹਿ ਰਿਹਾ ਜਾਂ ਕੋਈ ਹੋਰ ਬੰਦਾ ਗਲਤ ਬੋਲ ਰਿਹਾ ਹੈ ਜਾਂ ਕਿਸੇ ਨੂੰ ਲੱਗੇ ਕਿ ਐਮੀ ਦੀ ਫੇਵਰ 'ਚ ਬੋਲ ਰਿਹਾ ਹੈ ਤਾਂ ਜਥੇਬੰਦੀਆਂ ਨਾਲ ਰਾਬਤਾ ਕਰ ਸਕਦਾ ਹੈ। ਜਿੰਨੀਆਂ ਜਥੇਬੰਦੀਆਂ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਨਾਲ ਗੱਲ ਕਰ ਸਕਦਾ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਵੀ ਕਿਹੜਾ ਕਲਾਕਾਰ ਜਿਹਨੇ ਥੋੜ੍ਹਾ ਜਿਹਾ ਖਰਾਬ ਬੋਲਿਆ। ਐਮੀ ਵਿਰਕ ਦਾ ਕਿਸਾਨੀ ਅੰਦੋਲਨ ਬਾਰੇ ਕੀ ਵਿਚਾਰ ਹੈ ਉਹਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਤੇ ਐਮੀ ਵਿਰਕ ਨੇ ਆਪਣਾ ਕਿੰਨਾ ਕੁ ਬਣਦਾ ਯੋਗਦਾਨ ਪਾਇਆ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਕਿਉਂ ਸਾਡਾ ਅੰਦੋਲਨ ਨਹੀਂ ਚੱਲ ਰਿਹਾ, ਇਹ ਸਾਰੇ ਬੰਦੇ ਰਿਲਾਇੰਸ ਦੇ ਪੰਪਾਂ ਤੋਂ ਤੇਲ ਵੀ ਪਾਉਂਦੇ ਸੀ, ਉਹਨਾਂ ਦੇ ਮੌਲਾਂ 'ਚ ਜਾ ਕੇ ਸਮਾਨ ਵੀ ਖਰੀਦਦੇ ਸੀ, ਉਹੀ ਬ੍ਰਾਂਡ ਦਾ ਸਮਾਨ ਖਰੀਦਦੇ ਸੀ, ਉਹੀ ਜੀਓ ਸਿਮ ਵਰਤਦੇ ਸੀ, ਸਾਰਾ ਉਹ ਕਰਦੇ ਸੀ। ਕਿਉਂਕਿ ਕਿਸੇ ਵੀ ਕਿਸਾਨ ਜਥੇਬੰਦੀ ਨੇ ਅੱਜ ਤੱਕ ਸਾਨੂੰ ਇਹ ਨਹੀਂ ਕਿਹਾ ਕਿ ਜਿਹੜੇ ਤੁਹਾਡੇ ਪਹਿਲਾਂ ਕੰਟਰੈਕਟ ਹੋਈਆਂ ਫਿਲਮਾਂ ਨੇ ਉਹਨਾਂ ਫਿਲਮਾਂ ਨੂੰ ਨਾ ਰਿਲੀਜ਼ ਹੋਣ ਦਿਓ ਜਾਂ ਉਹਨਾਂ ਦਾ ਨਾਮ ਉਹਦਾ ਵਿਰੋਧ ਕਰੋ। ਐਮੀ ਵਿਰਕ ਵਰਗਾ ਬੰਦਾ ਹੈ ਕਿ ਇਹੋ ਜਿਹਾ ਕੋਮਲ ਸੌਫਟ ਦਿਲ ਬੰਦਾ ਹੈ ਉਹ ਬੰਦਾ ਮਤਲਬ ਕਿਸਾਨੀ ਸੰਘਰਸ਼ ਦੇ ਖਿਲਾਫ ਕਿਵੇਂ ਸੋਚ ਸਕਦਾ ਹੈ, ਉਹ ਕਿਸਾਨੀ ਅੰਦੋਲਨ ਦੇ ਖਿਲਾਫ ਕਿਵੇਂ ਜਾ ਸਕਦਾ ਹੈ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜੈਚ। ਦੋਸਤੋ ਗੱਲ ਕਰੀਏ ਤਾਂ ਬੜੇ ਸਮੇਂ ਬਾਅਦ ਜਿੱਥੇ ਸਿਨੇਮਾ ਓਪਨ ਹੁੰਦੇ ਆ ਉੱਥੇ ਹੀ ਇੱਕ ਬੜਾ ਗੰਭੀਰ ਮਸਲਾ ਜਿਹੜਾ ਉਹ ਛਿੜ ਜਾਂਦਾ। ਮਸਲਾ ਐਮੀ ਵਿਰਕ ਹੋਰਾਂ ਨੂੰ ਲੈ ਕੇ ਉਹਨਾਂ ਦੀ ਫਿਲਮ ਨੂੰ ਲੈ ਕੇ ਮਸਲਾ ਛਿੜਿਆਗਾ। ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ ਮਲਕੀਤ ਰੌਣੀ ਸਾਹਿਬ। ਔਰ ਖਾਸ ਗੱਲ ਦੱਸ ਦਈਏ ਕਿ ਮਲਕੀਤ ਰੌਣੀ ਸਾਹਿਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਧਰਨੇ ਦੇ ਵਿੱਚ ਇਹਨਾਂ ਦੀ ਵੱਡੀ ਸ਼ਮੂਲੀਅਤ ਰਹੀ ਹੈ। ਸੋ ਦੋਨਾਂ ਪਹਿਲੂਆਂ ਨੂੰ ਬੜੀ ਨਜ਼ਦੀਕੀ ਤੋਂ ਦੇਖਦੇ ਨੇ ਇਹ। ਸੋ ਇਸ ਲਈ ਜ਼ਰੂਰੀ ਸਮਝਿਆ ਕਿ ਇਸ ਚਰਚੇ ਤੇ ਇਸ ਮੁੱਦੇ ਤੇ ਇਹਨਾਂ ਨਾਲ ਗੱਲਬਾਤ ਜ਼ਰੂਰ ਕੀਤੀ ਜਾਵੇ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਮਿਹਰਬਾਨੀ ਜੀ। ਜਿੱਦਾਂ ਕਿ ਆਪਾਂ ਸਾਰਿਆਂ ਨੇ ਵੇਖਿਆ ਕਿ ਇੱਕ ਮਸਲਾ ਛਿੜਿਆ ਹੋਇਆ ਐਮੀ ਵਿਰਕ ਹੋਰਾਂ ਨੂੰ ਲੈ ਕੇ। ਸੋ ਤੁਸੀਂ ਵੀ ਕਿਸਾਨੀ ਅੰਦੋਲਨ ਦੇ ਬੜਾ ਨਜ਼ਦੀਕ ਰਹੇ ਹੋਗੇ, ਐਮੀ ਵਿਰਕ ਹੋਰਾਂ ਦੇ ਵੀ ਬੜਾ ਨਜ਼ਦੀਕ ਹੋ, ਕਲਾਕਾਰਾਂ ਦੇ ਬੜਾ ਨਜ਼ਦੀਕ ਹੋ। ਦੋਵਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋਗੇ? ਦੇਖੋ ਇਹ ਨਾ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੁੰਦਾ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਇੱਕ ਥੋੜ੍ਹਾ ਜਿਹੜਾ ਟਾਈਮ ਹੈ ਕਰੋਨਾ ਦਾ ਲੰਘਦੇ ਹਾਂ, ਹੁਣ ਵੀ ਕਰੋਨਾ ਟਾਈਮ ਚੱਲ ਰਿਹਾ ਹੈ। ਕਰੋਨਾ ਦੇ ਟਾਈਮ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਫਿਲਮਾਂ ਦੇ ਕੰਟਰੈਕਟ ਹੋਏ ਇਹ ਉਹਨਾਂ ਟਾਈਮਾਂ ਦੇ ਕੰਟਰੈਕਟ ਦੀਆਂ ਫਿਲਮਾਂ ਨੇ ਜਿਹੜੀਆਂ ਨੇ ਜਾਂ ਉਹਨਾਂ ਟਾਈਮਾਂ ਤੋਂ ਪਹਿਲਾਂ ਸ਼ੂਟ ਵੀ ਹੋਈਆਂ ਫਿਲਮਾਂ ਨੇ ਜਿਹੜਾ ਅੰਦੋਲਨ ਤੋਂ ਪਹਿਲਾਂ ਦੀਆਂ। ਇਹਨਾਂ ਫਿਲਮਾਂ ਨੇ ਇੱਕ ਨਾ ਇੱਕ ਦਿਨ ਬਾਹਰ ਆਉਣਾ ਹੀ ਸੀ। ਜਿੱਥੋਂ ਤੱਕ ਐਮੀ ਵਿਰਕ ਦੀ ਗੱਲ ਹੈ, ਐਮੀ ਵਿਰਕ ਨੂੰ ਮੈਂ ਪਰਸਨਲ ਤੌਰ 'ਤੇ ਵੀ ਜਾਣਦਾ, ਸਾਰੀ ਫੈਮਿਲੀ ਨੂੰ ਜਾਣਦਾ ਅਤੇ ਐਮੀ ਵਿਰਕ ਦਾ ਕਿਸਾਨੀ ਅੰਦੋਲਨ ਬਾਰੇ ਕੀ ਵਿਚਾਰ ਹੈ ਉਹਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਅਤੇ ਐਮੀ ਵਿਰਕ ਨੇ ਆਪਣਾ ਕਿੰਨਾ ਕੁ ਬਣਦਾ ਯੋਗਦਾਨ ਪਾਇਆ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਹੁਣ ਜੇ ਮੈਂ ਤੁਹਾਡੇ ਸਾਹਮਣੇ ਅੱਜ ਪ੍ਰੈਸ ਸਾਹਮਣੇ ਇਹ ਗੱਲ ਕਰਦਾ ਕਿ ਐਮੀ ਵਿਰਕ ਨੇ ਅੰਦੋਲਨ ਲਈ ਆਹ ਕੀਤਾ ਇਹ ਅਸੀਂ ਨਹੀਂ ਚਾਹੁੰਦੇ, ਕਿਸੇ ਵੀ ਕਲਾਕਾਰ ਨੇ ਨਹੀਂ ਚਾਹਿਆ। ਜੋ ਕੁਛ ਅੰਦੋਲਨ ਨੇ ਕੀਤਾ ਉਹਨੇ ਮੂੰਹੋਂ ਬੋਲ ਕੇ ਦੱਸਿਆ ਨਹੀਂ। ਐਮੀ ਵਿਰਕ ਨੇ ਬਹੁਤ ਕੁਝ ਕੀਤਾ ਹੈ, ਚਾਹੇ ਉਹ ਰਾਸ਼ਨ ਦੀ ਲੋੜ ਸੀ, ਕੁਝ ਵੀ ਲੋੜ ਸੀ, ਉਹ ਸਾਰਾ ਕੁਝ ਕਰਦੇ ਰਹੇ ਨੇ, ਇਹ ਅਸੀਂ ਨਹੀਂ ਦੱਸਾਂਗੇ। ਪਰ ਮੈਂ ਸਮਝਦਾ ਕਿ ਅੱਜ ਜਿਹੜੀ ਗੱਲ ਹੈ ਕਿ ਅਸੀਂ ਉਹਦਾ ਪੁਤਲਾ ਫੂਕਣ ਤੱਕ ਜਾਂਦੇ ਹਾਂ, ਵਿਰੋਧ ਕਰਨ ਤੱਕ ਜਾਂਦੇ ਹਾਂ, ਇਹ ਨਾ ਮੈਨੂੰ ਐਂ ਲੱਗੀ ਜਾਂਦਾ ਵੀ ਅਸੀਂ ਜਿਹੜਾ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਕਿਸਾਨੀ ਅੰਦੋਲਨ ਰਾਹੀਂ। ਅਸੀਂ ਇੱਕ 3 ਬਿੱਲਾਂ ਦੇ ਖਿਲਾਫ ਇੱਕ ਲੜਾਈ ਲੜ ਰਹੇ ਹਾਂ, ਉਹ ਵੱਡੀ ਲੜਾਈ ਹੈ। ਇਹੋ ਜਿਹੀਆਂ ਗੱਲਾਂ ਕਰਕੇ ਕਿਤੇ ਨਾ ਅੰਦੋਲਨ ਨਾਲ ਜਿਹੜੇ ਜੁੜੇ ਲੋਕ ਨੇ, ਸਾਡੀ ਨੌਜਵਾਨ ਪੀੜ੍ਹੀ ਹੈ, ਉਹਨੂੰ ਹੋਰ ਪਾਸੇ ਧੱਕਣ ਦਾ ਯਤਨ ਹੋ ਰਿਹਾ ਮੈਨੂੰ ਐਂ ਲੱਗ ਰਿਹਾ। ਕਿਉਂਕਿ ਕਿਸੇ ਵੀ ਕਿਸਾਨ ਜਥੇਬੰਦੀ ਨੇ ਅੱਜ ਤੱਕ ਸਾਨੂੰ ਇਹ ਨਹੀਂ ਕਿਹਾ ਕਿ ਜਿਹੜੇ ਤੁਹਾਡੇ ਪਹਿਲਾਂ ਕੰਟਰੈਕਟ ਹੋਈਆਂ ਫਿਲਮਾਂ ਨੇ ਉਹਨਾਂ ਫਿਲਮਾਂ ਨੂੰ ਨਾ ਰਿਲੀਜ਼ ਹੋਣ ਦਿਓ ਜਾਂ ਉਹਨਾਂ ਦਾ ਨਾਮ ਉਹਦਾ ਵਿਰੋਧ ਕਰੋ ਤੁਸੀਂ। ਸੋ ਇਹ ਵਿਰੋਧ ਕਰਨਾ ਮੈਨੂੰ ਜਾਇਜ਼ ਨਹੀਂ ਲੱਗਿਆ ਕਿਉਂਕਿ ਐਮੀ ਵਿਰਕ ਸ਼ੁਰੂ ਤੋਂ ਲੈ ਕੇ ਜਾਂ ਦੂਜੇ ਕਲਾਕਾਰ ਵੀ, ਇਕੱਲੇ ਐਮੀ ਵਿਰਕ ਦੀ ਗੱਲ ਵੀ ਆਪਾਂ ਕਿਉਂ ਕਰਦੇ ਹਾਂ, ਸਾਰੀ ਇੰਡਸਟਰੀ, ਸਾਰੇ ਚਾਹੇ ਸਾਡੇ ਗਾਇਕ ਭਰਾ ਨੇ, ਸਾਰੇ ਚਾਹੇ ਅਦਾਕਾਰ ਲੋਕ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਮਾਤਾਵਾਂ ਨੇ, ਸਾਰਿਆਂ ਨੇ ਆਪਣਾ ਇੱਕ ਬਣਦਾ ਯੋਗਦਾਨ ਜਿਹੜਾ ਉਹ ਕਿਸਾਨੀ ਅੰਦੋਲਨ ਲਈ ਪਾਇਆ ਹੈ। ਸਾਨੂੰ ਨੌਜਵਾਨ ਜਿਹੜੀ ਪੀੜ੍ਹੀ ਸਾਡੀ ਮੁੰਡੇ ਕੁੜੀਆਂ ਫੋਲੋ ਕਰਦੇ ਸੀ, ਅਸੀਂ ਉਹਨਾਂ ਨੂੰ ਵੱਖ-ਵੱਖ ਸ਼ਹਿਰਾਂ ਪਿੰਡਾਂ 'ਚ ਜਾ ਕੇ ਬੇਨਤੀਆਂ ਕਰਦੇ ਰਹੇ ਹਾਂ, ਜ਼ਿਲ੍ਹਿਆਂ ਜਾ ਕੇ ਬੇਨਤੀਆਂ ਕਰਦੇ ਰਹੇ ਹਾਂ ਕਿ ਤੁਸੀਂ ਚਲੋ, ਸਾਡੇ ਬਜ਼ੁਰਗ ਉੱਥੇ ਬੈਠੇ ਨੇ ਧਰਨਾ ਲਈ, ਆਪਾਂ ਉਹਦਾ ਸਾਥ ਦਈਏ। ਸੋ ਅਸੀਂ ਧੰਨਵਾਦ ਵੀ ਕਰਦੇ ਹਾਂ। ਸਾਡੀ ਜਿਹੜੀ ਯੰਗ ਜਨਰੇਸ਼ਨ ਹੈ, ਸਾਡੇ ਨੌਜਵਾਨ ਹੈ, ਉਹਨਾਂ ਨੇ ਮੋਢੇ ਨਾਲ ਮੋਢਾ ਢਾ ਕੇ ਉੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਹੁੰਚੇ ਅਤੇ ਸਾਡੀ ਜਥੇਬੰਦੀਆਂ ਦਾ ਸਾਥ ਦਿੱਤਾ, ਅੰਦੋਲਨ ਨੂੰ ਵੱਡਾ ਅੰਦੋਲਨ ਕੀਤਾ, ਦੁਨੀਆ ਦਾ ਵੱਡਾ ਅੰਦੋਲਨ ਬਣਿਆ ਇਹ। ਪਰ ਮੈਂ ਸਮਝਦਾ ਕਿ ਇਹ ਜਿਹੜਾ ਅੱਜ ਅਸੀਂ ਉੱਥੇ ਵੀ ਲੜਾਈ ਲੜ ਰਹੇ ਹਾਂ ਉਹਦੇ ਵਿੱਚ ਇੱਕ ਜਿਹੜਾ ਸਾਡਾ ਬਿੱਲਾਂ ਦੇ ਵਿੱਚ ਇੱਕ ਬਿੱਲ ਹੈ ਉਹ ਕੰਟਰੈਕਟ ਫਾਰਮਿੰਗ ਦਾ ਬਿੱਲ ਹੈ, ਜਿਹਦੇ ਪਿੱਛੇ ਅਸੀਂ ਲੜਦੇ ਹਾਂ ਕਿ ਕੰਟਰੈਕਟ ਫਾਰਮਿੰਗ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਬੰਦੇ ਦੇ ਹੱਥ ਵੱਢੇ ਜਾਂਦੇ ਨੇ। ਇਹ ਉਸੇ ਤਰ੍ਹਾਂ ਦੀ ਗੱਲ ਹੈ। ਇਹ ਪਹਿਲਾਂ ਸਾਡੇ ਨਾਲ ਇਹ ਕੰਮ ਹੋਇਆ ਕਿਉਂਕਿ ਜਿਹੜੇ ਅੱਜ ਬੰਦੇ ਵਿਰੋਧ ਕਰਦੇ ਨੇ, ਮੈਂ ਉਹਦੀਆਂ ਫੋਟੋਆਂ ਵੀ ਦੇਖਦਾ ਸਾਰਾ ਕੁਛ ਹੀ, ਇਹ ਬੰਦੇ ਵੀ ਜਦੋਂ ਸਾਡਾ ਅੰਦੋਲਨ ਨਹੀਂ ਚੱਲ ਰਿਹਾ ਇਹ ਸਾਰੇ ਬੰਦੇ ਰਿਲਾਇੰਸ ਦੇ ਪੰਪਾਂ ਤੋਂ ਤੇਲ ਵੀ ਪਾਉਂਦੇ ਸੀ, ਉਹਨਾਂ ਦੇ ਮੌਲਾਂ 'ਚ ਜਾ ਕੇ ਸਮਾਨ ਵੀ ਖਰੀਦਦੇ ਸੀ, ਉਹੀ ਬ੍ਰਾਂਡ ਦਾ ਸਮਾਨ ਖਰੀਦਦੇ ਸੀ, ਉਹੀ ਜੀਓ ਸਿਮ ਵਰਤਦੇ ਸੀ, ਸਾਰਾ ਕੁਝ ਕਰਦੇ ਸੀ ਅਸੀਂ। ਪਰ ਜਦੋਂ ਸਾਨੂੰ ਸਾਡੇ ਜਥੇਬੰਦੀਆਂ ਨੇ ਕਿਹਾ ਕਿ ਆਪਾਂ ਇਹ ਵੱਡੇ ਘਰਾਣੇ ਦਾ ਵਿਰੋਧ ਕਰਨਾ, ਉਹ ਤੋਂ ਬਾਅਦ ਬਾਕਾਇਦਾ ਤੌਰ 'ਤੇ ਸਾਰਾ ਸਾਡਾ ਕਲਾਕਾਰ ਭਾਈਚਾਰਾ ਡਟ ਕੇ ਵਿਰੋਧ 'ਚ ਖੜ੍ਹਾ, ਡਟ ਕੇ ਕਿਸਾਨਾਂ ਦੇ ਨਾਲ ਖੜ੍ਹਦਾ ਰਿਹਾ, ਕਾਰਪੋਰੇਟ ਘਰਾਣੇ ਦਾ ਵਿਰੋਧ ਕਰਦਾ ਰਿਹਾ। ਸੋ ਲੋਕਾਂ ਨੇ ਜਥੇਬੰਦੀਆਂ ਦੇ ਕਹੇ ਤੋਂ ਆਪਣੇ ਮੋਬਾਈਲਾਂ 'ਚੋਂ ਸਿਮ ਕੱਢ ਕੇ ਭਗਾ ਮਾਰੇ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਫ਼ੋਨ ਨੰਬਰ ਹੁੰਦਾ ਹੈ, ਮੈਂ ਸਮਝਦਾ ਉਹੀ ਉਹਨਾਂ ਦੀ ਰੁਜ਼ਗਾਰ ਹੁੰਦਾ ਹੈ, ਉਹਨਾਂ ਨੇ ਇੰਪੋਰਟ ਕਰਾ ਕੇ ਦੂਜੀਆਂ ਕੰਪਨੀਆਂ 'ਚ ਉਹ ਕਰਵਾਏ। ਸੋ ਇਹੋ ਜਿਹੀਆਂ ਗੱਲਾਂ ਤੋਂ ਬਚਣਾ ਚਾਹੀਦਾ। ਇਹ ਕੋਈ ਗੱਲ ਨਹੀਂ ਮੈਨੂੰ ਲੱਗਦੀ
ਸੋ ਇਹ ਇੱਕ ਮੰਦਭਾਗੀ ਗੱਲ ਹੈ ਸਾਡੇ ਸਿਨੇਮੇ ਲਈ। ਦੇਖੋ ਸਿਨੇਮਾ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਅੱਜ ਸਾਡੇ ਕੋਲੇ ਕਿਸੇ ਚੀਜ਼ ਨੂੰ ਦੂਰ ਤੱਕ ਸਪਰੈਡ ਕਰਨ ਦਾ ਵੱਡਾ ਸਾਧਨ ਹੈ। ਇੱਕ ਮੈਂ ਆਪਣੇ ਪਰਸਨਲ ਤੌਰ ਤੇ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਮੇਰੀ ਪੰਜਾਬੀ ਤੁਹਾਡੇ ਮਾਧਿਅਮ ਰਾਹੀਂ ਮੇਰੀ ਆਵਾਜ਼ ਸੁਣਦੇ ਨੇ, ਅੱਜ ਸਾਡਾ ਜਿਹੜਾ ਸਿਨੇਮਾ ਹੈ ਤੇ ਸਾਡਾ ਜਿਹੜਾ ਟੈਲੀਵਿਜ਼ਨ ਹੈ, ਦੋ ਸਾਡੇ ਕੋਲ ਇਹੋ ਜਿਹੇ ਮਾਧਿਅਮ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀ ਜਨਰੇਸ਼ਨ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਕਲਚਰ ਬਾਰੇ ਦੱਸ ਸਕਦੇ ਹਾਂ ਤੇ ਆਉਣ ਵਾਲੀ ਜਨਰੇਸ਼ਨ ਤੱਕ ਅਸੀਂ ਆਪਣੀ ਜਿਹੜੀ ਮਾਂ ਬੋਲੀ ਹੈ ਉਹਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਾਂ। ਤਾਂ ਸਿਨੇਮਾ ਉਹਦਾ ਸਭ ਤੋਂ ਵੱਡਾ ਸਾਧਨ ਹੈ, ਟੈਲੀਵਿਜ਼ਨ ਸਭ ਤੋਂ ਵੱਡਾ ਸਾਧਨ ਹੈ। ਇਹਨਾਂ ਸਾਧਨਾਂ ਨੂੰ ਸਾਨੂੰ ਆਪਣੇ ਪ੍ਰਚਾਰਾਂ ਲਈ ਵਰਤਣਾ ਚਾਹੀਦਾ ਹੈ। ਇਹਨਾਂ ਸਾਧਨਾਂ ਨੂੰ ਇਹੋ ਜਿਹੀ ਚੀਜ਼ਾਂ ਲਈ ਨਹੀਂ ਵਰਤਣਾ ਚਾਹੀਦਾ ਤਾਂ ਕਿ ਅਸੀਂ ਆਪਸ ਵਿੱਚ ਡਿਵਾਈਡ ਹੋ ਕੇ ਬਹਿ ਜਾਈਏ। ਹੁਣ ਉਹੀ ਗੱਲ ਹੈ, ਉੱਥੇ ਜਿੱਥੇ ਲੋੜ ਹੈ ਅੱਜ ਦਿੱਲੀ ਵਿਖੇ ਜਾਣ ਦੀ, ਧਰਨਿਆਂ ਤੇ ਬੈਠਣ ਦੀ, ਉੱਥੇ ਸਰਕਾਰ ਨਾਲ ਆਡਾ ਲਾਉਣ ਦੀ ਲੋੜ ਹੈ, ਉੱਥੇ ਅਸੀਂ ਆਹ ਲੜਾਈਆਂ 'ਚ ਪੈ ਗਏ, ਆਪਣੀਆਂ ਨਿੱਜੀ ਰੰਜਿਸ਼ਾਂ 'ਚ ਪੈ ਗਏ। ਸੋ ਕਿਸੇ ਨੂੰ ਕੋਈ ਪਰਸਨਲ ਦਿੱਕਤ ਹੋ ਸਕਦੀ ਹੈ, ਕਿਸੇ ਫਿਲਮ ਨਾਲ ਹੋ ਸਕਦੀ ਹੈ, ਕਿਸੇ ਬੰਦੇ ਨਾਲ ਹੋ ਸਕਦੀ ਹੈ, ਉਹ ਇੱਕ ਵੱਖ ਮਸਲਾ ਹੈ। ਬਿਲਕੁਲ ਉਹਨੂੰ ਇਹੋ ਜਿਹੇ ਵੱਡੇ ਜਿਹੜਾ ਸੱਚਾ ਸੁੱਚਾ ਸੰਘਰਸ਼ ਹੈ ਸਾਡਾ, ਸਾਡੇ ਅੰਨਦਾਤਿਆਂ ਦਾ ਜਿਹੜਾ ਸੰਘਰਸ਼ ਹੈ, ਉਹਨਾਂ ਸੰਘਰਸ਼ਾਂ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਸੋ ਮੈਂ ਇੱਕ ਵਾਰ ਦੁਬਾਰਾ ਫੇਰ ਬੇਨਤੀ ਕਰਦਾ ਵੀ ਇਹ ਜਿਹੜੀਆਂ ਫਿਲਮਾਂ ਨੇ, ਇਹ ਪਹਿਲਾਂ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ, ਬਹੁਤ ਸਾਰੀਆਂ ਫਿਲਮਾਂ ਨੇ, ਲਗਭਗ 80 ਤੋਂ ਲੈ ਕੇ 100 ਦੇ ਕਰੀਬ ਫਿਲਮਾਂ ਨੇ ਜਿਹੜੀਆਂ ਸਾਡੀਆਂ ਕੋਵਿਡ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ, ਲੋਕਡਾਊਨ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ, ਰੁਕੀਆਂ ਹੋਈਆਂ ਨੇ, ਸਿਨੇਮਾ ਬੰਦ ਹੋ ਗਿਆ ਸੀ। ਸੋ ਹੁਣ ਵੀ ਸਿਨੇਮਾ 50% ਆਕੂਪੈਂਸੀ ਨਾਲ ਖੋਲ੍ਹੇ, ਹਜੇ ਵੀ ਸਿਨੇਮਾ ਵਿੱਚ ਪੂਰੀਆਂ ਫਿਲਮਾਂ ਅਨਾਉਂਸ ਨਹੀਂ ਹੋਈਆਂ, ਹਜੇ ਸ਼ੁਰੂ ਹੋਣੀਆਂ। ਇਸ ਕਰਕੇ ਉਹਨਾਂ ਫਿਲਮਾਂ 'ਚ ਤੁਸੀਂ ਹਜੇ ਇਤਰਾਜ਼ ਨਾ ਉਠਾਓ। ਆਪਾਂ ਨੂੰ, ਕਿਉਂਕਿ ਸੰਘਰਸ਼ ਹਮੇਸ਼ਾ ਭਾਵੁਕ ਹੋ ਕੇ ਨਹੀਂ ਲੜੇ ਜਾਂਦੇ, ਸੰਘਰਸ਼ ਹਮੇਸ਼ਾ ਸੋਚ ਨਾਲ ਲੜੇ ਜਾਂਦੇ ਨੇ, ਸੰਜੀਦਗੀ ਨਾਲ ਲੜੇ ਜਾਂਦੇ ਨੇ। ਸ਼ਾਬਾਸ਼ ਹੈ ਸਾਡੇ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਦੇ, ਜਿਹੜੇ ਇੰਨੇ ਮਹੀਨਿਆਂ ਤੋਂ ਸੰਘਰਸ਼ ਨੂੰ ਇੱਕ ਚੰਗੇ ਤਰੀਕੇ ਨਾਲ ਸਾਂਭੀ ਬੈਠੇ ਹੈ। ਸਾਨੂੰ ਉਹਨਾਂ ਦੀ ਅਗਵਾਈ ਲੈ ਕੇ ਅੱਗੇ ਚੱਲਣਾ ਚਾਹੀਦਾ, ਨਾ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਸਾਨੂੰ ਇੱਥੇ ਜਿਹੜਾ ਧਿਆਨ ਡਿਵਾਈਡ ਕਰਨਾ ਚਾਹੀਦਾ, ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਇੱਥੇ ਇਹਨਾਂ ਗੱਲਾਂ 'ਚ ਉਲਝ ਕੇ ਰਹਿ ਜਾਵੇ, ਅੱਗੇ ਤੱਕ ਪਹੁੰਚੇ ਨਾ। ਇਹ ਇੱਕ ਵੱਡੀ ਗੱਲ ਹੈ ਤੇ ਇਹਨੂੰ ਸਮਝਣਾ ਚਾਹੀਦਾ ਸਾਨੂੰ। ਬਿਲਕੁਲ ਰਾਣੀ ਸਾਹਿਬ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜਥੇਬੰਦੀਆਂ ਜ਼ਿਕਰ ਕੀਤਾ, ਆਗੂਆਂ ਦਾ ਜ਼ਿਕਰ ਕੀਤਾ ਗਿਆ, ਕਿ ਕੀ ਲੱਗਦਾ ਕਿ ਆਗੂਆਂ ਨਾਲ ਤੁਹਾਡਾ ਕੋਈ ਸੰਪਰਕ ਹੋਇਆ, ਉਹਨਾਂ ਵੱਲੋਂ ਤਾਂ ਕੋਈ ਗਿਲਾ ਸ਼ਿਕਵਾ ਨਹੀਂ ਇਹ ਚੀਜ਼ 'ਤੇ? ਨਹੀਂ, ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਕੋਈ ਬਿਆਨ ਨਹੀਂ ਆਇਆ, ਕੋਈ ਗਿਲਾ ਸ਼ਿਕਵਾ ਨਹੀਂ ਕਰਿਆ। ਸਗੋਂ ਜਥੇਬੰਦੀਆਂ ਨੂੰ ਜਦੋਂ ਅਸੀਂ ਗੱਲ ਕੀਤੀ, ਵੈ ਗੱਲ ਕਰਦੇ ਹਾਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਕਿ ਕਲਾਕਾਰਾਂ ਦਾ ਨੇ ਆਪਣਾ ਬਣਦਾ ਯੋਗਦਾਨ ਪਾਇਆ, ਸਾਰੇ ਕਲਾਕਾਰਾਂ ਨੇ। ਸੋ ਮੈਨੂੰ ਦੱਸੋ ਕਿ ਵੱਡੇ ਜਿਹੜੇ ਕਲਾਕਾਰ, ਕਿੰਨਾ ਲੰਬਾ ਕਾਨੂੰਵਰ ਗਰੇਵਾਲ ਵਰਗੇ ਕਲਾਕਾਰ ਲੰਬਾ ਟਾਈਮ ਉੱਥੇ ਬੈਠੇ ਰਹੇ, ਲੰਬਾ ਟਾਈਮ। ਹੋਰ ਇਹ ਤੋਂ ਵੱਧ ਕਲਾਕਾਰ ਕੀ ਕਰ ਸਕਦਾ ਹੈ? ਸਾਡਾ ਕੰਮ ਤਾਂ ਉਹਨਾਂ ਲੋਕਾਂ ਨੂੰ ਆਵਾਜ਼ ਮਾਰਨਾ ਸੀ। ਅਸੀਂ ਜਵਾਨੀ ਨੂੰ ਆਵਾਜ਼ ਮਾਰੀ, ਲੋਕਾਂ ਨੂੰ ਕਿਹਾ ਕਿ ਤੁਸੀਂ ਆਓ ਇੱਥੇ। ਜਿੰਨੇ ਜਿਹੜੇ ਕਲਾਕਾਰ ਸਮਰੱਥਾ ਸੀ, ਹਰ ਕਲਾਕਾਰ ਨੇ ਆਪਣੀ ਸਮਰੱਥਾ ਦੇ ਮੁਤਾਬਕ ਸਮਾਂ ਦਿੱਤਾ ਹੈ। ਸੋ ਉੱਥੇ ਪਹੁੰਚੇ ਨੇ। ਸੋ ਅੱਜ ਉਸ ਗੱਲ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਦੂਜੀ ਗੱਲ ਇਹ ਵੀ ਮੈਂ ਕਹਿਣਾ ਕਿ ਅਸੀਂ ਕਿਸੇ ਤੇ ਆਸਾਨ ਕਰ ਨਹੀਂ ਗਏ। ਜਿਹੜੇ ਅਦਾਕਾਰ ਜਾਂ ਕਲਾਕਾਰ ਸੀ, ਅਸੀਂ ਧਰਨਿਆਂ ਤੇ ਕਿਸੇ ਤੇ ਆਸਾਨ ਕਰ ਨਹੀਂ ਗਏ। ਅਸੀਂ ਆਪਣੀ ਜ਼ਿੰਮੇਵਾਰੀ ਨੈਤਿਕ ਸਮਝਦੇ ਹੋਏ ਗਏ ਹਾਂ। ਬਾਕੀ ਜੇ ਆਪਾਂ ਪਰਸਨਲ ਤੌਰ ਤੇ ਐਮੀ ਵਿਰਕ ਦੀ ਗੱਲ ਕਰਦੇ ਹਾਂ, ਐਮੀ ਵਿਰਕ ਆਪ ਇੱਕ ਕਿਸਾਨ ਦਾ ਪੁੱਤ ਹੈ, ਉਹ ਕਿਸਾਨੀ ਨਾਲ ਜੁੜਿਆ ਹੋਇਆ ਬੰਦਾ ਹੈ। ਸੋ ਜਦੋਂ ਵੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਵੀ, ਜਦੋਂ ਪਿਛਲੇ ਸਾਲ ਮਾਰਚ ਦੇ ਵਿੱਚ ਲੋਕਡਾਊਨ ਹੋਇਆ, ਅਸੀਂ ਐਮੀ ਵਿਰਕ ਨੂੰ ਇੱਕ ਫੋਨ ਤੇ ਇਹ ਗੱਲ ਕਹੀ ਸੀ ਕਿ ਵਿਰਕ ਸਾਹਿਬ, ਇਹ ਜਿਹੜੇ ਸਾਡੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ, ਸਾਡੀ ਲਾਈਨ ਦੇ ਲੋਕ ਨੇ, ਸਪੌਟ ਬॉय ਨੇ, ਲਾਈਟ ਮੈਨ ਨੇ, ਮੇਕਅਪ ਮੈਨ ਨੇ, ਉਹ ਡੇਲੀ ਵੇਜ ਵਾਲੇ ਬੰਦੇ ਸੀ, ਉਹਨਾਂ ਦਾ ਕੀ ਬਣੂਗਾ? ਤਾਂ ਸਭ ਤੋਂ ਪਹਿਲਾਂ ਇਹ ਦੋ ਬੰਦੇ ਸਾਡੀ ਲਾਈਨ ਤੋਂ ਨਿੱਤਰ ਕੇ ਆਏ, ਐਮੀ ਵਿਰਕ ਤੇ ਗਿੱਪੀ ਗਰੇਵਾਲ। ਗਿੱਪੀ ਗਰੇਵਾਲ ਨੇ ਤਾਂ ਪੋਸਟਾਂ ਪਾ ਕੇ ਵੀ ਲੋਕਾਂ ਨੂੰ ਕਿਹਾ ਕਿ ਆਪਾਂ ਆਪਣੀ ਲਾਈਨ ਦੇ ਬੰਦਿਆਂ ਦੀ ਹੈਲਪ ਕਰੀਏ ਤੇ ਉਹਨਾਂ ਨੂੰ ਸਾਂਭੀਏ। ਸੋ ਇਹ ਦੋ ਬੰਦਿਆਂ ਨੇ ਤਾਂ ਬਹੁਤ, ਇਹਨਾਂ ਬੰਦਿਆਂ ਨੇ ਹੋਰ ਬੰਦਿਆਂ ਨੂੰ ਕਿਹਾ, ਜੱਸੀ ਗਿੱਲ, ਕਿੰਨੇ ਸਾਰੇ ਲੋਕਾਂ ਨੇ ਹੋਰ ਆ ਕੇ ਮਦਦ ਕੀਤੀ ਨਾਲ। ਸਾਰੇ ਜਾਨੀ ਹੋਰੀ ਆਏ, ਬੀ ਪ੍ਰਾਗ ਹੋਰੀ, ਸਾਰੇ ਕਿੰਨੇ ਬੰਦਿਆਂ ਨੇ ਆ ਕੇ ਇੱਕ ਫੰਡ ਜਨਰੇਟ ਕੀਤਾ, ਜਿਹੜਾ ਅਸੀਂ ਲੋਕਾਂ ਦੇ ਘਰਾਂ ਤੱਕ ਦਵਾਈਆਂ ਪਹੁੰਚਾਈਆਂ, ਰਾਸ਼ਨ ਪਹੁੰਚਾਇਆ। ਸੋ ਮੈਂ ਸਮਝਦਾ ਕਿ ਐਮੀ ਵਿਰਕ ਵਰਗਾ ਬੰਦਾ ਹੈ ਕਿ ਇਹੋ ਜਿਹਾ ਕੋਮਲ ਸੌਫਟ ਦਿਲ ਬੰਦਾ ਹੈ ਉਹ ਬੰਦਾ ਮਤਲਬ ਕਿਸਾਨੀ ਸੰਘਰਸ਼ ਦੇ ਖਿਲਾਫ ਕਿਵੇਂ ਸੋਚ ਸਕਦਾ ਹੈ? ਉਹ ਕਿਸਾਨੀ ਅੰਦੋਲਨ ਦੇ ਖਿਲਾਫ ਕਿਵੇਂ ਜਾ ਸਕਦਾ ਹੈ? ਸੋ ਇਹੋ ਜਿਹੀ ਕੋਈ ਗੱਲ ਨਹੀਂ, ਇਸ ਗੱਲਾਂ ਤੋਂ ਆਪਾਂ ਨੇ ਬਚਣਾ ਹੈ। ਮੈਂ ਸਮਝਦਾ ਕਿ ਜਿਹੜੀਆਂ ਇਹ ਗੱਲਾਂ ਨੇ, ਇਹ ਮੈਂ ਦੁਬਾਰਾ ਫੇਰ ਕਹਿਣ ਲੱਗਿਆ ਕਿ ਇਹ ਸੰਘਰਸ਼ ਨੂੰ ਕਿਤੇ ਨਾ ਕਿਤੇ ਧਿਆਨ ਡਿਵਾਈਡ ਕਰਦੀਆਂ ਨੇ। ਸਾਡੀ ਵੱਡੀ ਜੰਗ ਹੈ, ਸਾਡਾ ਟਾਰਗੇਟ ਉੱਥੇ ਹੋਣਾ ਚਾਹੀਦਾ ਹੈ। ਜੇ ਵੈਸੇ ਵੀ ਕਿਸੇ ਦਾ ਕੋਈ ਪਰਸਨਲ ਗਿਲਾ ਸ਼ਿਕਵਾ ਵੀ ਹੈ, ਤਾਂ ਅਸੀਂ ਵੱਡੀ ਜੰਗ ਲੜ ਰਹੇ ਹਾਂ, ਇੱਕ ਸੈਂਟਰ ਸਰਕਾਰ ਦੇ ਖਿਲਾਫ ਜੰਗ ਲੜ ਰਹੇ ਹਾਂ। ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੋਸਟਾਂ ਤੱਕ ਲਿਖੀ ਜਾਣੀਆਂ, ਇਹਦੇ 'ਤੇ ਬਹੁਤ ਸਾਰੀਆਂ ਫਿਲਮਾਂ ਬਣਨੀਆਂ, ਹਜੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾਣੀਆਂ। ਸੋ ਇਹੋ ਜਿਹੀਆਂ ਛੋਟੀਆਂ ਗੱਲਾਂ ਦੇ ਵਿੱਚ ਇਸ ਜੰਗ ਨੂੰ ਨਾਲ ਜਾਇਆ ਜਾਵੇ। ਸਾਡਾ ਟਾਰਗੇਟ ਜਿਹੜਾ ਉੱਥੇ ਹੈ, ਸਾਡੇ ਮਿਸ਼ਨ ਤੱਕ ਹੈ, ਉਸ ਮਿਸ਼ਨ ਤੱਕ ਰੱਖਿਆ ਜਾਵੇ। ਸੋ ਇਹਦੇ ਬਾਬਤ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ, ਜੇ ਕਿਸੇ ਨੂੰ ਪ੍ਰੋਬਲਮ, ਕਿਸੇ ਨੂੰ ਫਿਰ ਵੀ ਕੋਈ ਗਿਲਾ ਸ਼ਿਕਵਾ ਹੋਵੇ, ਜਾਂ ਫਿਰ ਵੀ ਕਿਸੇ ਨੂੰ ਕੋਈ ਸ਼ੱਕ ਹੋਵੇ ਇਸ ਗੱਲ ਬਾਰੇ ਵੀ ਮੈਂ ਗਲਤ ਕਹਿ ਰਿਹਾ ਜਾਂ ਕੋਈ ਹੋਰ ਬੰਦਾ ਗਲਤ ਬੋਲ ਰਿਹਾ ਹੈ, ਜਾਂ ਕਿਸੇ ਨੂੰ ਲੱਗੇ ਕਿ ਐਮੀ ਦੀ ਫੇਵਰ 'ਚ ਬੋਲ ਰਿਹਾ ਹੈ, ਤਾਂ ਜਥੇਬੰਦੀਆਂ ਨਾਲ ਰਾਬਤਾ ਕਰ ਸਕਦਾ ਹੈ। ਜਿੰਨੀਆਂ ਜਥੇਬੰਦੀਆਂ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ, ਉਹਨਾਂ ਨਾਲ ਗੱਲ ਕਰ ਸਕਦਾ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਵੀ ਕਿਹੜਾ ਕਲਾਕਾਰ ਜਿਹਨੇ ਥੋੜ੍ਹਾ ਜਿਹਾ ਖਰਾਬ ਬੋਲਿਆ। ਅਸੀਂ ਤਾਂ ਜਿਹੜੇ ਕਿਸੇ ਦੂਜੇ ਬੰਦਿਆਂ ਨੇ ਵੀ ਖਿਲਾਫ ਬੋਲਿਆ ਹੈ, ਬੰਬੇ ਦੇ ਬੰਦਿਆਂ ਨੇ, ਕਿਸੇ ਬੰਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਰਹੇ ਹਾਂ ਵੀ ਤੁਸੀਂ ਸਾਡੇ ਭਾਈਚਾਰੇ ਨੂੰ ਛੱਡ ਕੇ ਸਾਰਾ ਪੰਜਾਬ ਦਾ ਭਾਈਚਾਰਾ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ, ਕਿ ਤੁਸੀਂ ਖਿਲਾਫ ਕਿਉਂ ਬੋਲ ਰਹੇ ਹੋ? ਸੋ ਇਹੋ ਜਿਹੀ ਕੋਈ ਗੱਲ ਨਹੀਂ,
ਪਰਸਨਲੀ ਤੌਰ ਤੇ ਮੈਂ ਜਾਣਦਾ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਹਾਂ ਅਸੀਂ। ਸੋ ਕਿਸੇ ਜਥੇਬੰਦੀ ਨੇ ਇਹ ਗੱਲ ਨਹੀਂ ਕਹੀ ਕਿ ਤੁਸੀਂ ਫਲਾਣਾ ਵਿਰੋਧ ਕਰਨਾ ਹੈ। ਜਿਹੜੀ ਚੀਜ਼ ਮਾੜੀ ਲੱਗਦੀ ਹੈ ਉਹ ਅਸੀਂ ਆਪਣੇ ਆਪ ਛੱਡੀ ਹੈ। ਅਸੀਂ ਆਪ ਜਾ ਕੇ ਸਾਨੂੰ ਜਥੇਬੰਦੀਆਂ ਨੇ ਕਿਹਾ ਕਿ ਫਲਾਣਾ ਅਸੀਂ ਮੌਲ ਦੇ ਸਾਹਮਣੇ ਬੈਠੇ ਸਾਡੇ ਕੋਲ ਆਓ, ਅਸੀਂ ਉੱਥੇ ਗਏ। ਫਲਾਣੇ ਟੋਲ ਪਲਾਜ਼ੇ ਤੇ ਬੈਠੇ ਉੱਥੇ ਗਏ। ਅਸੀਂ ਜਿੱਥੇ ਧਰਨੇ ਲਾਏ ਉੱਥੇ ਅਸੀਂ ਜਾ ਕੇ ਸਪੋਰਟ ਕਰਦੇ ਰਹੇ ਤੇ ਕਰਦੇ ਰਹਾਂਗੇ, ਕਿਉਂਕਿ ਅਸੀਂ ਅੰਦਰੋਂ ਦਿਲੋਂ ਹਮਾਇਤ ਕਰਦੇ ਹਾਂ ਇਸ ਅੰਦੋਲਨ ਦੀ। ਕਿਉਂਕਿ ਅਸੀਂ ਲੋਕਾਂ ਦੇ ਧੀਆਂ ਪੁੱਤ ਹਾਂ। ਜੇ ਪੰਜਾਬ ਦੇ ਵਿੱਚ ਅੰਨਦਾਤਾ ਖੁਸ਼ਹਾਲ ਹੈ, ਸਾਡਾ ਕਿਸਾਨੀ ਖੁਸ਼ਹਾਲ ਹੈ, ਸਾਡਾ ਪੰਜਾਬ ਸਟੇਟ ਖੁਸ਼ਹਾਲ ਹੈ, ਅਸੀਂ ਫਿਲਮਾਂ 'ਚ ਕੀ ਦਿਖਾਉਂਦੇ ਹਾਂ? ਅਸੀਂ ਇਹੀ ਕੁਝ ਦਿਖਾਉਂਦੇ ਹਾਂ ਫਿਲਮਾਂ ਦੇ ਵਿੱਚ। ਹੁਣ ਜਦ ਪੰਜਾਬ ਇਹਨਾਂ ਬਿੱਲਾਂ ਦੇ ਕਰਕੇ ਉੱਜੜ ਜੂਗਾ, ਰਹਿਣ ਲਾਇਕ ਨਹੀਂ ਰਹੂਗਾ, ਹਰੀਆਂ ਭਰੀਆਂ ਫਸਲਾਂ ਨਹੀਂ ਰਹਿਣਗੀਆਂ, ਸਾਡੇ ਉਹ ਸਰੋਂ ਦੇ ਫੁੱਲ ਨਹੀਂ ਰਹਿਣਗੇ, ਅਸੀਂ ਕੀ ਦਿਖਾਵਾਂਗੇ ਫਿਲਮਾਂ ਦੇ ਵਿੱਚ? ਸਾਡਾ ਤਾਂ ਫਿਲਮਾਂ ਦਾ ਕੰਸਰਨ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ। ਅਸੀਂ ਉਹ ਚੰਗਾ ਜਨਜੀਵਨ ਖੁੱਲ੍ਹਾ ਮਾਹੌਲ ਦਿਖਾ ਕੇ ਆਪਣੇ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਪੰਜਾਬ ਇਹੋ ਜਿਹਾ ਸੀ। ਬਾਹਰਲੇ ਮੁਲਕਾਂ ਵਿੱਚ, ਦੁਨੀਆ ਦੇ ਜਿੱਥੇ ਮੁਲਕਾਂ ਵਿੱਚ ਸਾਡੇ ਬੱਚੇ ਬੈਠੇ ਨੇ, ਉਹ ਬੱਚੇ ਸਾਡੀਆਂ ਫਿਲਮਾਂ ਇਸ ਕਰਕੇ ਦੇਖਦੇ ਨੇ ਕਿ ਸਾਡੇ ਜਨਜੀਵਨ ਦੇ ਵਿੱਚ ਖੁਸ਼ਹਾਲੀ ਹੈ, ਖੁੱਲ੍ਹਾ ਰਹਿਣ ਸਹਿਣ ਹੈ, ਖੁੱਲ੍ਹੇ ਖੇਤ ਨੇ ਸਾਡੇ ਬਜ਼ੁਰਗ ਕਿਵੇਂ ਖੇਤੀ ਕਰਦੇ ਸੀ, ਪੀਰੀਅਡ ਫਿਲਮਾਂ ਬਣਾਈਆਂ, ਸਾਰੀਆਂ ਬਣਾਈਆਂ। ਸੋ ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ। ਸਾਡੇ ਸਮਾਜ ਵਿੱਚ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰੂੰਗਾ, ਉਹ ਵੀ ਸਾਡੇ ਆਪਣੇ ਭਰਾ ਨੇ। ਜਿਹੜਾ ਕੋਈ ਵਿਰੋਧ ਕਰਨ ਵਾਲਾ ਉਹ ਆਏ ਨਹੀਂ ਕੋਈ ਗੈਰ, ਕੋਈ ਬਾਹਰ ਤੋਂ ਨਹੀਂ ਆਏ ਹੋਏ, ਉਹ ਸਾਡੇ ਵਿੱਚ ਦੇ ਹੀ ਲੋਕ ਨੇ। ਮੈਂ ਬੇਨਤੀ ਕਰੂੰਗਾ ਕਿ ਸਾਡੇ ਕੋਲ ਹੋਰ ਬਹੁਤ ਸਾਰੇ ਮੁੱਦੇ ਨੇ। ਅੱਜ ਸਾਰੇ ਮੁੱਦਿਆਂ ਨੂੰ ਛੱਡ ਕੇ ਸਾਡੇ ਕੋਲ ਇੱਕ ਜਿਹੜਾ ਵੱਡਾ ਮੁੱਦਾ ਹੈ, ਉਹ ਮੁੱਦਾ ਸਾਡੇ ਕੋਲ ਇਹ ਹੈ ਕਿ ਅਸੀਂ ਜਥੇਬੰਦੀਆਂ ਦੀ ਪਿੱਠ ਤੇ ਜਾ ਕੇ ਥਾਪੜਾ ਦਈਏ, ਉਹਨਾਂ ਨੂੰ ਕਹੀਏ ਕਿ ਅਸੀਂ ਤੁਹਾਡੇ ਨਾਲ ਹੈ, ਚਲੋ ਅੱਗੇ ਕੰਮ ਕਰਨ ਦੀ ਲੋੜ ਹੈ। ਸੋ ਇਹ ਗੱਲਾਂ ਦੇ ਵਿੱਚ ਅਲਝਣ ਦੀ ਲੋੜ ਨਹੀਂ, ਭਰਮ ਭੁਲੇਖਿਆਂ 'ਚ ਪੈਣ ਦੀ ਲੋੜ ਨਹੀਂ। ਸਾਰੀਆਂ ਜਿਹੜੀਆਂ ਸਾਡੀਆਂ ਧਿਰਾਂ ਨੇ, ਚਾਹੇ ਉਹ ਗਾਇਕੀ ਦੀਆਂ ਹੋਣ, ਚਾਹੇ ਉਹ ਅਦਾਕਾਰੀ ਦੀਆਂ ਹੋਣ, ਚਾਹੇ ਮਿਊਜ਼ਿਕ ਡਾਇਰੈਕਟਰ ਹੋਣ, ਚਾਹੇ ਪ੍ਰੋਡਿਊਸਰ ਹੋਣ, ਚਾਹੇ ਸਾਡੇ ਡਾਇਰੈਕਟਰ ਸਾਹਿਬਾਨ ਹੋਣ, ਸਾਰਿਆਂ ਨੇ ਹਾਜ਼ਰੀ ਲਵਾਈ ਹੈ, ਹੁਣ ਵੀ ਹਾਜ਼ਰੀ ਲਵਾਉਂਦੇ ਰਹਿਣਗੇ। ਸੋ ਐਮੀ ਵਿਰਕ ਨੂੰ ਇਹ ਤੋਂ ਵੱਖ ਕਰਕੇ ਨਾ ਦੇਖੋ, ਜਾਂ ਕਿਸੇ ਕਲਾਕਾਰ ਨੂੰ ਅੰਦੋਲਨ ਤੋਂ ਵੱਖ ਕਰਕੇ ਨਾ ਦੇਖੋ। ਸੋ ਸਾਨੂੰ ਜੋੜਨ ਦੀ ਲੋੜ ਹੈ। ਜੇ ਸਾਡੋਂ ਬੰਦਾ ਕੋਈ ਰੁੱਸਿਆ ਬੈਠਾ, ਅੱਜ ਉਹਨੂੰ ਜੋੜਨ ਦੀ ਲੋੜ ਹੈ, ਅੱਜ ਤੋੜਨ ਦੀ ਲੋੜ ਨਹੀਂ। ਸੋ ਐਮੀ ਵਿਰਕ ਤਾਂ ਪਹਿਲੇ ਦਿਨ ਤੋਂ ਅੰਦੋਲਨ ਨਾਲ ਜੁੜਿਆ ਰਿਹਾ ਹੈ, ਹੁਣ ਵੀ ਜੁੜਿਆ ਹੋਇਆ ਹੈ। ਉਹ ਸਾਨੂੰ ਬਾਰ-ਬਾਰ ਪੁੱਛਦਾ ਹੈ। ਕਈ ਵਾਰ ਮੈਨੂੰ ਫੋਨ ਕਰਕੇ ਉਹਨੇ ਕਿਹਾ ਕਿ ਰੌਣੀ ਸਾਹਿਬ ਦੱਸੋ ਆਪਾਂ ਅੰਦੋਲਨ ਲਈ ਕੀ ਕਰਨਾ ਹੈ, ਆਪਾਂ ਇਕੱਠੇ ਕਰਨਾ ਹੈ, ਕਿਸੇ ਨੂੰ ਕੀ ਉੱਥੇ ਜਿਹੜੀ ਚੀਜ਼ ਦੀ ਲੋੜ ਹੈ, ਆਪਾਂ ਕੀ ਚੀਜ਼ ਲੈ ਕੇ ਜਾਈਏ। ਜਦੋਂ ਕਿ ਕੋਈ ਗਰਮੀ ਸੀ ਬਹੁਤ ਅੱਧੀ, ਅਸੀਂ ਕਈ ਵਾਰ ਪਾਣੀ ਦੀ ਸੇਵਾ ਰੱਖੋ, ਮੈਂ ਇਹ ਗੱਲ ਦੱਸਣੀ ਨਹੀਂ ਸੀ ਇੱਥੇ, ਕਈ ਵਾਰ ਪਾਣੀ ਲੈ ਕੇ ਗਏ ਉੱਥੇ, ਦੱਸੋ ਕਿਹੜੀ ਚੀਜ਼ ਚਾਹੀਦੀ ਹੈ, ਆਪਾਂ ਉੱਥੇ ਲੈ ਕੇ ਜਾਂਦੇ ਹਾਂ, ਆਪਾਂ ਭੇਜਦੇ ਹਾਂ, ਕਿਸੇ ਬੰਦਿਆਂ ਕੋਲ ਭੇਜਦੇ ਹਾਂ। ਸੋ ਇਹ ਗੱਲਾਂ ਜੇ ਅਸੀਂ ਦੱਸਦੇ ਹਾਂ, ਅਸੀਂ ਆਪਣੇ ਮੂੰਹ ਮਿੱਠੂ ਬਣਾਂਗੇ, ਕਿਉਂਕਿ ਅਸੀਂ ਕਿਸੇ ਨੂੰ ਦਿਖਾਉਣ ਲਈ ਨਹੀਂ ਕੀਤੀਆਂ, ਜਾਂ ਅਸੀਂ ਖਬਰਾਂ 'ਚ ਆਉਣ ਲਈ ਨਹੀਂ ਕੀਤੀਆਂ, ਜਾਂ ਅਸੀਂ ਫੋਟੋ ਖਿਚਾਉਣ ਲਈ ਨਹੀਂ ਕੀਤੀਆਂ। ਸੋ ਐਮੀ ਨੇ ਵੀ ਜੋ ਕੁਝ ਕੀਤਾ ਉਹ ਸਾਨੂੰ ਪਤਾ ਹੈ, ਜਥੇਬੰਦੀਆਂ ਨੂੰ ਵੀ ਪਤਾ ਹੈ। ਪਰ ਇਹ ਜਿਹੜਾ ਇਸ ਤਰ੍ਹਾਂ ਦਾ ਵਿਰੋਧ ਕਰਨਾ ਹੈ, ਇਹ ਗਲਤ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ। ਸਾਡਾ ਲਾਸਟ ਸਵਾਲ ਲੈ ਲਿਓ ਇੱਕ, ਕਿ ਅਗਰ ਇਹ ਫਿਲਮਾਂ ਤੁਸੀਂ ਦੱਸਿਆ ਕਿ ਸਾਈਨ ਪਹਿਲਾਂ ਦੀਆਂ ਹੋਈਆਂ ਨੇ, ਅਗਰ ਕੋਈ ਫਿਲਮ ਤੁਹਾਡੇ ਕੋਲ ਇਦਾਂ ਦੀ ਆਉਂਦੀ ਹੈ ਤਾਂ ਉਹ ਸਾਈਨ ਕਰਨ ਤੋਂ ਪਹਿਲਾਂ ਸੋਚੋਗੇ ਵੀ ਕਿਸ ਲੈਵਲ ਦੀ ਫਿਲਮ ਹੈ, ਕਿਸ ਬ੍ਰਾਂਡ ਦੀ ਫਿਲਮ ਹੈ ਇਹ? ਬਿਲਕੁਲ ਸੋਚਿਆ ਜਾਂਦਾ ਜੀ। ਇਹ ਕੋਈ ਦੋ ਰਾਇਮਾਂ ਨਹੀਂ ਹੈਗੀਆਂ। ਬਹੁਤ ਸਾਰੀਆਂ ਫਿਲਮਾਂ, ਬਹੁਤ ਸਾਰੀਆਂ ਆਫਰਾਂ ਇਹੋ ਜਿਹੀਆਂ ਆਉਂਦੀਆਂ ਵੀ ਨੇ ਵੀ ਤੁਸੀਂ ਉਸ ਬ੍ਰਾਂਡ ਦੀ ਫਿਲਮ ਕਰੋ, ਸੋਚਿਆ ਜਾਂਦਾ ਬਿਲਕੁਲ। ਪਰ ਜਦੋਂ ਤੱਕ ਸਾਡਾ ਕਿਸਾਨੀ ਮੁੱਦਾ ਹੱਲ ਨਹੀਂ ਹੁੰਦਾ, ਦੇਖੋ ਸਾਡਾ ਵੀ ਆਫਟਰ ਆਲ ਇੱਕ ਬਿਜ਼ਨਸ ਹੈ, ਸਾਡਾ ਵੀ ਰੋਟੀ ਕਸੋਈ ਇਹਦੇ ਨਾਲ ਚੱਲਦੀ ਹੈ। ਪਰ ਫਿਰ ਵੀ ਅਸੀਂ ਕੀ ਕੀਤਾ ਹੈ ਕਿ ਜਦੋਂ ਤੱਕ ਸਾਡਾ ਕਿਸਾਨੀ ਮੁੱਦਾ ਹੱਲ ਨਹੀਂ ਹੋ ਜਾਂਦਾ, ਬਾਕੀ ਕਲਾਕਾਰਾਂ ਨੂੰ ਵੀ ਅਸੀਂ ਇਹ ਅਪੀਲ ਕੀਤੀ ਹੈ, ਜਦੋਂ ਤੱਕ ਕਿਸਾਨੀ ਮੁੱਦੇ ਹੱਲ ਨਹੀਂ ਹੋ ਜਾਂਦੇ, ਤੁਸੀਂ ਫਿਲਮ ਦੇਖ ਕੇ ਸਾਈਨ ਕਰਨੀ ਕਿ ਫਿਲਮ ਕਿਹਦੀ ਹੈ। ਪੰਜਾਬ ਦੀ ਤਾਂ ਬਿਲਕੁਲ ਕਰਾਂਗੇ, ਬਿਲਕੁਲ। ਹਾਂ, ਇਸ ਕਰਕੇ ਮੈਂ ਉਹੀ ਕਹਿਣਾ ਕਿ ਇਹ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਦੁੱਖ ਸੁੱਖ ਜਾਂਦੇ ਹਾਂ। ਥੋੜ੍ਹੇ ਦਿਨ ਪਹਿਲਾਂ ਰਾਜਵੀਰ ਜਵੰਦੇ ਹੋਰਾਂ ਦੇ ਫਾਦਰ ਸਾਹਿਬ ਦਾ ਭੋਗ ਸੀ, ਉੱਥੇ ਕਿੰਨੇ ਕਲਾਕਾਰ ਇਕੱਠੇ ਹੋਏ। ਉੱਥੇ ਵੀ ਜਿੱਥੇ ਅਸੀਂ ਇਕੱਠੇ ਹੁੰਦੇ ਹਾਂ, ਇਹੀ ਰਾਏ ਕਰਦੇ ਹਾਂ ਕਿ ਸਾਨੂੰ ਇਹੋ ਜਿਹੇ ਮਸਲਿਆਂ 'ਤੇ ਕੀ ਕਰਨਾ ਚਾਹੀਦਾ। ਸੋ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸਾਡੇ ਸੁਣਨ ਵਾਲਿਆਂ ਨੂੰ, ਸਾਡੀ ਨੌਜਵਾਨੀ ਨੇ ਇੱਕ ਵੱਡਾ ਸਾਥ ਦਿੱਤਾ ਹੈ ਸੰਘਰਸ਼ ਨੂੰ ਵੱਡਾ ਕਰਨ ਦਾ। ਸੋ ਇਹ ਲੜਾਈ ਅਸੀਂ ਜਿੱਤਣ ਦੇ ਨੇੜੇ ਆ। ਜਿੱਤਣ ਦੇ ਨੇੜੇ ਹਾਕਮ ਧਿਰ ਵੀ ਬਹੁਤ ਸਾਰੀਆਂ ਚਾਲਾਂ ਚੱਲ ਸਕਦੀ ਆ, ਸਾਨੂੰ ਡਿਵਾਈਡ ਕਰਨ ਦੀਆਂ, ਸਾਨੂੰ ਪਾੜਨ ਦੀਆਂ। ਸੋ ਇਹੋ ਜਿਹੀਆਂ ਗੱਲਾਂ ਵਿੱਚ ਕਦੇ ਨਹੀਂ ਆਉਣਾ। ਆਪਾਂ ਸਾਰੇ ਏਕਾਂ ਤੇ ਇੱਕ ਰਹਿਣਾ, ਇਕੱਠੇ ਹੋ ਕੇ ਲੜਾਈ ਜਿੱਤੀ ਜਾਣੀ ਹੈ। ਸੋ ਐਵੇਂ ਜਿਹੜੀਆਂ ਇਹ ਛੋਟੀਆਂ ਮੋਟੀਆਂ ਗੱਲਾਂ ਹੈ, ਕਿਸੇ ਦੇ ਪਰਸਨਲ ਸ਼ਿਕਵੇ ਹੈ, ਉਹਨਾਂ ਗੱਲਾਂ ਨੂੰ ਤੋਂ ਦੂਰ ਰਹਿ ਕੇ, ਉਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਨੇ ਸਿਰਫ ਤੇ ਸਿਰਫ ਕਿਸਾਨੀ ਅੰਦੋਲਨ ਦੀ ਗੱਲ ਕਰਨੀ ਹੈ। ਉਹ ਵੀ ਜਥੇਬੰਦੀਆਂ ਜਿੱਥੇ ਸਾਨੂੰ ਕਹਿਣਗੀਆਂ ਕਿ ਇੱਥੇ ਖੜੋ, ਅਸੀਂ ਉੱਥੇ ਖੜਨ ਨੂੰ ਤਿਆਰ ਹਾਂ। ਅਸੀਂ ਕਦੇ ਜਾ ਕੇ ਕਿਸੇ ਸਾਡੇ ਕਲਾਕਾਰ ਨੇ, ਜਿਹੜਾ ਸਾਡਾ ਇਹ ਭਾਈਚਾਰਾ ਹੈ, ਉੱਥੇ ਜਾ ਕੇ ਇਹ ਨਹੀਂ ਕਿਹਾ ਕਿ ਮੈਂ ਲੀਡਰ ਬਣਨਾ, ਮੈਨੂੰ ਲੀਡਰੀ ਦਿਓ। ਬਿਲਕੁਲ। ਸੋ ਇਹ ਉਸ ਪਿੱਠ ਪਿੱਛੇ ਖੜੇ ਹਾਂ ਤੇ ਪਿੱਠ ਪਿੱਛੇ ਖੜੇ ਰਹਾਂਗੇ, ਹਮੇਸ਼ਾ ਕਿਸਾਨੀ ਸੰਘਰਸ਼ ਲੜਦੇ ਰਹਾਂਗੇ। ਬਹੁਤ ਧੰਨਵਾਦ ਸਮਾਂ ਜੀ। ਬਹੁਤ ਬਹੁਤ ਮਿਹਰਬਾਨੀ। ਸੋ ਇਹ ਸਨ ਸਾਡੇ ਨਾਲ ਮਲਕੀਤ ਰੌਣੀ ਜੀ। ਗੱਲ ਬਿਲਕੁਲ ਸਾਫ਼ ਗੱਲ ਹੈ ਕਿ ਜਿਹੜੀਆਂ ਫਿਲਮਾਂ ਹੋਈਆਂ ਨੇ ਇਹ ਕਾਫੀ ਟਾਈਮ ਪਹਿਲਾਂ ਦੀਆਂ ਸਾਈਨ ਹੋ ਚੁੱਕੀਆਂ ਨੇ। ਸੋ ਸਾਡਾ ਕਲਾਕਾਰ ਭਾਈਚਾਰਾ ਪਹਿਲੀ ਵਾਰੀ ਇੱਕ ਗੱਲ ਕਹਿ ਦਈਏ ਕਿ ਇਹ ਕਿਸਾਨਾਂ ਦੇ ਨਾਲ ਖੜਾ, ਕਿਉਂਕਿ ਅਸੀਂ ਸਭ ਕਿਸਾਨ ਆਂਗੇ। ਐਮੀ ਵਿਰਕ ਹੋਰੀ ਲਾ ਲਈਏ, ਰੌਣੀ ਸਾਹਿਬ ਲਾ ਲਈਏ, ਆਪਾਂ ਅਕਸਰ ਇਹਨਾਂ ਦੀਆਂ ਜੇ ਵੀਡੀਓ ਵੀ ਵੇਖੀ ਨਾ ਤਾਂ ਜ਼ਿਆਦਾਤਰ ਵੀਡੀਓ ਇਹਨਾਂ ਦੀ ਇੱਦਾਂ ਦੀਆਂ ਹੁੰਦੀਆਂ ਨੇ ਕਿ ਖੇਤ ਦੇ ਵਿੱਚ ਝੋਨਾ ਕੱਟਦੇ ਹੈਗੇ ਜਾਂ ਟਰਾਲੀ ਟਰੈਕਟਰ ਚਲਾਉਂਦੇ ਦੀ ਆਉਂਦੀਆਂ, ਕਿਉਂਕਿ ਸਾਡਾ ਵਜੂਦ ਆ, ਜਿਹੜੀ ਸਾਡੀ ਹੋਂਦ ਆ, ਉਹ ਕਿਸਾਨੀ ਹੈਗੀ। ਸੋ ਦਰਦ ਹਰ ਬੰਦਾ ਰੱਖਦਾ ਗਾ। ਸਾਨੂੰ ਇਸ ਸਮੇਂ ਆਪਸੀ ਮੁੱਦਿਆਂ ਦੇ ਵਿੱਚ ਨਹੀਂ ਉਲਝਣਾ ਚਾਹੀਦਾ। ਸਾਡੀ ਧਿਰ ਇੱਕੋ ਆ ਕਿ ਅਸੀਂ ਬਿੱਲ ਰੱਦ ਕਰਾਉਣੇ ਆ। ਸਿਰਫ ਸਾਨੂੰ ਧਿਆਨ ਉੱਧਰ ਦੇਣਾ ਚਾਹੀਦਾ, ਹੋਰ ਅਫਵਾਹਾਂ ਤੋਂ ਸਾਨੂੰ ਬਚਣਾ ਚਾਹੀਦਾ ਗਾ। ਬਿਲਕੁਲ ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਚੈਨਲ ਪੰਜਾਬੀ ਟੇਸ਼ਨ।